पाठ 16वां आओ ते जाओ। प्यारे बच्चों, ਅਸੀਂ ਇਹ ਕਵਿਤਾ ਪੜ੍ਹ ਚੁੱਕੇ ਹਾਂ, ਗਾ ਵੀ ਚੁੱਕੇ ਹਾਂ। ਤਾਂ ਚਲੋ ਹੁਣ ਇਸ ਦਾ ਪਾਠ ਅਭਿਆਸ ਕਰਦੇ ਹਾਂ। ਪਾਠ ਅਭਿਆਸ ਵਿੱਚ ਸਭ ਤੋਂ ਪਹਿਲਾਂ ਅਸੀਂ ਪ੍ਰਸ਼ਨ ਉੱਤਰ ਕਰਾਂਗੇ। ਤਾਂ ਪਹਿਲਾ ਪ੍ਰਸ਼ਨ ਹੈ, ਦੋਹਾਂ ਭਰਾਵਾਂ ਨੇ ਅੱਡ ਹੋ ਕੇ ਕੀ ਕੁਝ ਵੰਡਿਆ? ਦੋਵਾਂ ਭਰਾਵਾਂ ਨੇ ਅੱਡ ਹੋ ਕੇ ਕੀ ਕੁਝ ਵੰਡਿਆ? ਆਪਣੀ ਕਵਿਤਾ ਵਿੱਚ ਪੜ੍ਹਿਆ ਸੀ, ਪਹਿਲੀ ਡੰਗਰ ਵੰਡ ਲਈ ਸਭ ਪੈਸਾ ਧੇਲੀ, ਅੱਧੀ ਅੱਧੀ ਵੰਡ ਲਈ ਫਿਰ ਦੋਹਾਂ ਹਵੇਲੀ। ਠੀਕ ਹੈ ਨਾ ਬੱਚੋ? ਤਾਂ ਉਹਨਾਂ ਨੇ ਪਿਓ ਦੀ ਜਾਇਦਾਦ ਵੰਡੀ, ਪਹਿਲੀ ਡੰਗਰ, ਪੈਸਾ ਧੇਲੀ, ਹਵੇਲੀ ਸਭ ਕੁਝ ਵੰਡ ਲਿਆ ਸੀ। ਤਾਂ ਇਹੀ ਆਪਾਂ ਨੇ ਜਵਾਬ ਇਸ ਵਿੱਚ ਲਿਖਣਾ ਹੈ। ਲਿਖੋ। ਤਾਂ ਪਹਿਲਾ ਉੱਤਰ ਹੈ ਕੁੜੇ ਦਾ, ਦੋਹਾਂ ਭਰਾਵਾਂ ਨੇ ਅੱਡ ਹੋ ਕੇ ਆਪਸ ਵਿੱਚ ਪਿਓ ਦੀ ਜਾਇਦਾਦ ਵੰਡ ਲਈ। ਦੋਹਾਂ ਭਰਾਵਾਂ ਨੇ ਅੱਡ ਹੋ ਕੇ ਆਪਸ ਵਿੱਚ ਪਿਓ ਦੀ ਜਾਇਦਾਦ ਵੰਡ ਲਈ, ਜਿਸ ਵਿੱਚ ਜ਼ਮੀਨ, ਪਸ਼ੂ, ਧਨ ਤੇ ਹਵੇਲੀ ਸ਼ਾਮਲ ਹਨ। ਜਿਸ ਵਿੱਚ ਜ਼ਮੀਨ, ਪਸ਼ੂ, ਧਨ ਤੇ ਹਵੇਲੀ ਸ਼ਾਮਲ ਸਨ। ਇੱਕ ਵਾਰ ਫਿਰ ਸੁਣੋ। ਦੋਹਾਂ ਭਰਾਵਾਂ ਨੇ ਅੱਡ ਹੋਣ ਸਮੇਂ ਆਪਸ ਵਿੱਚ ਪਿਓ ਦੀ ਜਾਇਦਾਦ ਵੰਡ ਲਈ, ਜਿਸ ਵਿੱਚ ਜ਼ਮੀਨ, ਪਸ਼ੂ, ਧਨ ਤੇ ਹਵੇਲੀ ਸ਼ਾਮਲ ਸਨ। ਪ੍ਰਸ਼ਨ 2, ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਕੀ ਸੋਚਿਆ? ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਕੀ ਸੋਚਿਆ? ਆਪਣੀ ਕਵਿਤਾ ਵਿੱਚ ਜਿਸ ਤਰ੍ਹਾਂ ਪੜ੍ਹਿਆ ਸੀ, ਵੱਡੇ ਭਰਾ ਸੋਚਿਆ ਕਿ ਹੈ ਧਨ ਬਥੇਰਾ, ਕਰਾਂ ਕੰਮ ਮੈਂ ਕਿਸ ਲਈ ਕੀ ਥੁੜਿਆ ਮੇਰਾ। ਕੰਮ ਲਈ ਉਸ ਰੱਖ ਲਏ ਕੁਛ ਨੌਕਰ ਚਾਕਰ, ਆਪ ਰਹਿਣ ਉਹ ਲੱਗ ਪਿਆ ਸ਼ਾਹਾਂ ਦੇ ਵਾਕਰ। ਯਾਨੀ ਕਿ ਜਿਹੜਾ ਵੱਡਾ ਭਰਾ ਸੀ ਉਸਨੂੰ ਲੱਗਿਆ ਕਿ ਮੇਰੇ ਪਾਸ ਧਨ ਬਥੇਰਾ ਹੈ, ਮੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ, ਇਸ ਲਈ ਉਸਨੇ ਨੌਕਰ ਚਾਕਰ ਰੱਖ ਲਏ ਕੰਮ ਕਰਨ ਲਈ। ਠੀਕ ਹੈ, ਇਹ ਉੱਤਰ ਲਿਖਾਂਗੇ। ਲਿਖੋ ਉੱਤਰ ਦੂਸਰੇ ਦਾ, ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਸੋਚਿਆ ਕਿ ਉਸ ਕੋਲ ਧਨ ਬਥੇਰਾ ਹੈ। ਉਸ ਕੋਲ ਧਨ ਬਥੇਰਾ ਹੈ ਤੇ ਉਸ ਨੂੰ ਕੰਮ ਕਰਨ ਦੀ ਲੋੜ ਨਹੀਂ, ਇਸ ਲਈ ਉਸਨੇ ਕੰਮ ਕਰਨ ਲਈ ਨੌਕਰ ਰੱਖ ਲਈ। ਇੱਕ ਵਾਰ ਫਿਰ ਸੁਣੋ। ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਸੋਚਿਆ ਕਿ ਉਸ ਕੋਲ ਧਨ ਬਥੇਰਾ ਹੈ ਤੇ ਉਸ ਨੂੰ ਕੰਮ ਕਰਨ ਦੀ ਲੋੜ ਨਹੀਂ, ਇਸ ਲਈ ਉਸਨੇ ਕੰਮ ਕਰਨ ਲਈ ਨੌਕਰ ਰੱਖ ਲਏ। ਤੀਸਰਾ ਪ੍ਰਸ਼ਨ, ਛੋਟਾ ਭਰਾ ਕਿਹੋ ਜਿਹਾ ਸੀ? ਛੋਟਾ ਭਰਾ ਕਿਹੋ ਜਿਹਾ ਸੀ? ਕਵਿਤਾ ਵਿੱਚ ਆਪਾਂ ਨੇ ਪੜ੍ਹਿਆ ਸੀ, ਛੋਟਾ ਭਾਈ ਬਹੁਤ ਸੀ ਕਾਮਾਂ ਤੇ ਸਿਆਣਾ, ਮਿੱਠਾ ਸਭ ਨੂੰ ਬੋਲਦਾ ਸਭ ਦੇ ਮਨ ਭਾਣਾ। ਠੀਕ ਹੈ ਬੱਚੋ? ਤਾਂ ਇਹੀ ਆਪਾਂ ਲਿਖਾਂਗੇ। ਇਸਦਾ ਉੱਤਰ, ਛੋਟਾ ਭਰਾ ਬੜਾ ਸਿਆਣਾ ਤੇ ਮਿਹਨਤੀ ਕਾਮਾ ਸੀ। ਛੋਟਾ ਭਰਾ ਬੜਾ ਸਿਆਣਾ ਤੇ ਮਿਹਨਤੀ ਕਾਮਾ ਸੀ। ਉਹ ਹਰ ਇੱਕ ਨਾਲ ਮਿੱਠਾ ਬੋਲਦਾ ਸੀ ਤੇ ਸਭ ਨੂੰ ਬਹੁਤ ਚੰਗਾ ਲੱਗਦਾ ਸੀ। ਸਭ ਦੇ ਮਨ ਨੂੰ ਬਹੁਤ ਚੰਗਾ ਲੱਗਦਾ ਸੀ। ਇੱਕ ਵਾਰ ਫਿਰ ਸੁਣੋ। ਛੋਟਾ ਭਰਾ ਬੜਾ ਸਿਆਣਾ ਤੇ ਮਿਹਨਤੀ ਕਾਮਾ ਸੀ। ਉਹ ਹਰ ਇੱਕ ਨਾਲ ਮਿੱਠਾ ਬੋਲਦਾ ਸੀ, ਇਸ ਕਰਕੇ ਉਹ ਸਾਰਿਆਂ ਨੂੰ ਚੰਗਾ ਲੱਗਦਾ ਸੀ। ਸੱਸਾ ਕੁਐਸਚਨ, ਬਾਬੇ ਸੱਤੂ ਨੇ ਛੋਟੇ ਭਰਾ ਤੋਂ ਕੀ ਪੁੱਛਿਆ? ਬਾਬੇ ਸੱਤੂ ਨੇ ਛੋਟੇ ਭਰਾ ਤੋਂ ਕੀ ਪੁੱਛਿਆ? ਕਵਿਤਾ ਵਿੱਚ ਆਪਾਂ ਨੇ ਪੜ੍ਹਿਆ ਸੀ, ਬਾਬਾ ਸੱਤੂ ਬੋਲਿਆ, ਗੱਲ ਦੱਸ ਇੱਕ ਸ਼ੇਰਾ, ਦਿੱਤਾ ਤੈਨੂੰ ਰੱਬ ਨੇ ਸੁੱਖ ਨਾਲ ਬਥੇਰਾ, ਇੱਕ ਗੱਲ ਦੀ ਅੱਜ ਤੱਕ ਮੈਨੂੰ ਸਮਝ ਨਾ ਆਈ, ਕਾਹਤੋਂ ਭੁੱਖਾ ਕਾਹਤੋਂ ਮਰ ਰਿਹਾ ਅਸ ਤੇਰਾ ਭਾਈ। ਠੀਕ ਹੈ ਨਾ? ਇਹੀ ਪੁੱਛਿਆ ਸੀ ਨਾ? ਤਾਂ ਇਹੀ ਆਪਾਂ ਉੱਤਰ ਲਿਖਾਂਗੇ। ਬਾਬੇ ਸੱਤੂ ਨੇ ਛੋਟੇ ਭਰਾ ਤੋਂ ਪੁੱਛਿਆ ਕਿ ਉਸਨੂੰ ਇਹ ਸਮਝ ਨਹੀਂ ਆਈ ਕਿ ਰੱਬ ਨੇ ਉਸ ਨੂੰ ਤਾਂ ਬਥੇਰਾ ਧਨ ਦਿੱਤਾ ਹੈ, ਪਰ ਉਸਦਾ ਵੱਡਾ ਭਰਾ ਭੁੱਖਾ ਕਿਉਂ ਮਰ ਰਿਹਾ ਹੈ। ਬਾਬੇ ਸੱਤੂ ਨੇ ਛੋਟੇ ਭਰਾ ਤੋਂ ਪੁੱਛਿਆ ਕਿ ਮੈਨੂੰ ਇੱਕ ਗੱਲ ਅਜੇ ਤੱਕ ਸਮਝ ਨਹੀਂ ਆਈ ਕਿ ਰੱਬ ਨੇ ਉਸਨੂੰ ਤਾਂ ਧਨ ਬਥੇਰਾ ਦਿੱਤਾ ਹੈ, ਪਰ ਉਸਦਾ ਵੱਡਾ ਭਰਾ ਕਿਉਂ ਭੁੱਖਾ
मर रहा है। ठीक है बच्चों, हुण हाहा प्रश्न देखते हाँ। छोटे भरा ने बाबे सत्तू नूं की उत्तर दिता? छोटे भरा ने बाबे सत्तू नूं की उत्तर दिता? तां आपां ने कविता विच बेटा की पढ़िया सी? छोटे आखिया बाबा जी तुसी आप सियाने, घरे बैठिया रब ने कद कल्ले दाने। बस इक्को ही गल है होर फर्क ना दूजा, उस लई कम हराम है मेरे लई पूजा। ਉਹ ਕਾਮਿਆਂ ਨੂੰ ਆਖਦਾ ਬਈ ਕੰਮ ਤੇ ਜਾਓ, ਮੈਂ ਕਾਮਿਆਂ ਨੂੰ ਆਖਦਾ ਬਈ ਕੰਮ ਤੇ ਆਓ। ਕਦੇ ਨਾ ਆਇਆ ਖੇਤ ਵਿੱਚ ਉਹ ਮਾਰਨ ਗੇੜੇ, ਮੈਂ ਪਰ ਖੇਤੋਂ ਗਿਆ ਨਹੀਂ ਬਿਨਾਂ ਕੰਮ ਨਵੇੜੇ। ਆਪਣੀ ਕਵਿਤਾ ਵਿੱਚ ਇਹ ਲਾਈਨਾਂ ਪੜ੍ਹੀਆਂ ਸਨ। ਜੋ ਛੋਟਾ ਭਰਾ ਬਾਬਾ ਸੱਤੂ ਨੂੰ ਜਵਾਬ ਦਿੰਦਾ ਹੈ ਤਾਂ ਆਪਾਂ ਨੇ ਸਰਲ ਅਰਥ ਕਰਕੇ ਯਾਨੀ ਕਿ ਆਸਾਨ ਸ਼ਬਦਾਂ ਵਿੱਚ ਇਹਦਾ ਉੱਤਰ ਦੇਣਾ ਹੈ ਕਿ ਛੋਟੇ ਭਰਾ ਨੇ ਬਾਬਾ ਸੱਤੂ ਨੂੰ ਕੀ ਕਿਹਾ ਸੀ। ਤਾਂ ਇਸ ਦਾ ਉੱਤਰ ਦੇਖੋ ਬੱਚੋ। ਛੋਟੇ ਭਰਾ ਨੇ ਬਾਬੇ ਸੱਤੂ ਨੂੰ ਕਿਹਾ ਕਿ ਉਹ ਜਾਣਦਾ ਹੈ ਕਿ ਰੱਬ ਕਿਸੇ ਵਿਹਲੇ ਬੈਠੇ ਦੀ ਮਦਦ ਨਹੀਂ ਕਰਦਾ। ਵਿਹਲੇ ਬੈਠੇ ਦੀ ਮਦਦ ਨਹੀਂ ਕਰਦਾ। ਉਸ ਦਾ ਵੱਡਾ ਭਰਾ ਕੰਮ ਨੂੰ ਹਰਾਮ ਸਮਝਦਾ ਹੈ ਤੇ ਉਹ ਕੰਮ ਨੂੰ ਨੌਕਰਾਂ ਚਾਕਰਾਂ ਦੇ ਹਵਾਲੇ ਕਰਕੇ ਖੁਦ ਘਰ ਵਿਹਲਾ ਬੈਠਾ ਰਹਿੰਦਾ ਹੈ। ਪਰ ਕਹਿੰਦਾ ਮੇਰੇ ਲਈ ਕੰਮ ਪੂਜਾ ਹੈ ਤੇ ਮੈਂ ਖੇਤਾਂ ਵਿੱਚ ਬਿਨਾਂ ਕੰਮ ਨਵੇੜੇ ਕਦੇ ਘਰ ਨਹੀਂ ਜਾਂਦਾ ਤੇ ਮੈਂ ਆਪ ਨੌਕਰਾਂ ਨਾਲ ਰਲ ਕੇ ਕੰਮ ਕਰਦਾ ਹਾਂ ਤੇ ਉਹਨਾਂ ਨੂੰ ਕਹਿੰਦਾ ਹਾਂ ਕਿ ਕੰਮ ਤੇ ਆਓ। ਠੀਕ ਹੈ ਬੱਚੋ, ਇੱਕ ਵਾਰ ਫਿਰ ਸੁਣਦੇ ਹਾਂ ਇਸ ਦਾ ਉੱਤਰ। ਛੋਟੇ ਭਰਾ ਨੇ ਬਾਬੇ ਸੱਤੂ ਨੂੰ ਕਿਹਾ ਕਿ ਉਹ ਜਾਣਦਾ ਹੈ ਕਿ ਰੱਬ ਕਿਸੇ ਵਿਹਲੇ ਬੈਠੇ ਦੀ ਮਦਦ ਨਹੀਂ ਕਰਦਾ। ਮੇਰਾ ਵੱਡਾ ਭਰਾ ਕੰਮ ਨੂੰ ਹਰਾਮ ਸਮਝਦਾ ਹੈ ਤੇ ਨੌਕਰਾਂ ਨੂੰ ਖੇਤਰਾਂ ਵਿੱਚ ਭੇਜ ਕੇ ਘਰ ਵਿਹਲਾ ਰਹਿੰਦਾ ਹੈ ਤੇ ਉਹ ਖੇਤਾਂ ਵਿੱਚ ਜਾ ਕੇ ਖੁਦ ਨਿਗਰਾਨੀ ਵੀ ਨਹੀਂ ਕਰਦਾ, ਗੇੜਾ ਵੀ ਨਹੀਂ ਮਾਰਦਾ। ਪਰ ਮੈਂ ਕੰਮ ਨੂੰ ਪੂਜਾ ਸਮਝਦਾ ਹਾਂ ਤੇ ਖੇਤਾਂ ਵਿੱਚ ਆਪਣੇ ਨੌਕਰਾਂ ਨੂੰ ਕਹਿੰਦਾ ਹਾਂ ਕਿ ਆਓ ਤੇ ਮੇਰੇ ਨਾਲ ਖੇਤਾਂ ਵਿੱਚ ਕੰਮ ਕਰੋ ਤੇ ਮੈਂ ਬਿਨਾਂ ਕੋਈ ਕੰਮ ਨਵੇੜੇ ਘਰ ਵਾਪਸ ਨਹੀਂ ਜਾਂਦਾ। ਠੀਕ ਹੈ ਬੱਚੋ, ਹੁਣ ਅਗਲਾ ਅਭਿਆਸ ਪੜ੍ਹੋ, ਸਮਝੋ ਅਤੇ ਲਿਖੋ। ਬਥੇਰਾ, ਬਹੁਤ, ਇਹ ਸ਼ਬਦ ਅਰਥ ਨੇ ਬੱਚੇ। ਬਥੇਰਾ, ਬਥੇਰੇ ਨੂੰ ਅਸੀਂ ਬਹੁਤ ਵੀ ਕਹਿੰਦੇ ਹਾਂ। ਹੁਣ ਕਾਹਤੋਂ, ਕਾਹਤੋਂ ਕਿਹਨੂੰ ਕਹਿੰਦੇ ਹਾਂ ਆਪਾਂ? ਕਿਉਂ ਨੂੰ ਕਹਿੰਦੇ ਹਾਂ। ਕਾਹਤੋਂ ਦਾ ਮਤਲਬ ਕਿਉਂ। ਕੱਲੇ, ਭੇਜੇ, ਕੱਲੇ ਭੇਜੇ। ਫਰਕ, ਭਿੰਨਤਾ, ਫਰਕ ਹੋਣਾ, ਭਿੰਨਤਾ ਹੋਣਾ। ਅੰਤਰ ਵੀ ਕਹਿ ਦਿੰਦੇ ਆ, ਫਰਕ, ਅੰਤਰ, ਭਿੰਨਤਾ। ਠੀਕ ਹੈ, ਇੱਕ ਵਾਰ ਫਿਰ ਸੁਣੋ। ਬਥੇਰਾ, ਬਹੁਤ, ਕਾਹਤੋਂ, ਕਿਉਂ, ਕੱਲੇ, ਭੇਜੇ, ਫਰਕ, ਭਿੰਨਤਾ। ਹੁਣ ਹਨ ਲਿੰਗ ਬਦਲੋ। ਪਹਿਲਾ ਸ਼ਬਦ ਦਾਦਾ, ਦਾਦੀ, ਭਾਈ, ਭੈਣ, ਨੌਕਰ, ਨੌਕਰਾਨੀ, ਸ਼ੇਰ, ਸ਼ੇਰਨੀ, ਭੈਣ, ਭਰਾ। ਹੁਣ ਹਨ ਵਿਰੋਧੀ ਸ਼ਬਦ। ਵਿਰੋਧੀ ਦਾ ਮਤਲਬ ਉਲਟ ਸ਼ਬਦ। ਸੋਗ, ਖੁਸ਼ੀ, ਮਿਠਾਸ, ਕੁੜੱਤਣ, ਤਕੜੇ, ਮਾੜੇ, ਮਿਹਨਤੀ, ਕਮਜ਼ੋਰ, ਛੋਟਾ, ਵੱਡਾ, ਸੁੱਖ, ਦੁੱਖ, ਭੁੱਖਾ, ਰੱਜਿਆ। ਪੰਜਵਾਂ ਅਭਿਆਸ ਪੜ੍ਹੋ ਤੇ ਸਮਝੋ। ਇਸ ਵਿੱਚ ਵੀ ਸ਼ਬਦ ਅਰਥ ਹੀ ਹਨ। ਭਾਣਾ ਵਰਤਣਾ, ਕੋਈ ਦੁਖਦਾਈ ਘਟਨਾ ਵਾਪਰਨਾ। ਸੁਰਗ ਸਦਾਣਾ, ਮਰ ਜਾਣਾ। ਠੀਕ ਹੈ। ਸਫਾਇਆ ਹੋਣਾ, ਖਤਮ ਹੋਣਾ, ਕਿਸ ਚੀਜ਼ ਦਾ ਖਤਮ ਹੋ ਜਾਣਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਸਫਾਇਆ ਹੋਣਾ। ਜਾਨ ਤੋੜਨਾ, ਬਹੁਤ ਸਖਤ ਮਿਹਨਤ ਕਰਨਾ। ਛੇਵਾਂ ਅਭਿਆਸ, ਹੇਠ ਲਿਖੇ ਸਤਰਾਂ ਦੇ ਅਰਥ ਆਪਣੇ ਅਧਿਆਪਕ ਤੋਂ ਸਮਝੋ ਅਤੇ ਲਿਖੋ। ਉਹ ਕਾਮਿਆਂ ਨੂੰ ਆਖਦਾ ਬਈ ਕੰਮ ਤੇ ਜਾਓ, ਮੈਂ ਕਾਮਿਆਂ ਨੂੰ ਆਖਦਾ ਬਈ ਕੰਮ ਤੇ ਆਓ। ਇਹਨਾਂ ਦੋ ਸਤਰਾਂ ਵਿੱਚ ਜਿਹੜਾ ਛੋਟਾ ਭਰਾ ਹੈ ਉਹ ਬਾਬਾ ਸੱਤੂ ਨੂੰ ਕੀ ਸਮਝਾਉਂਦਾ ਹੈ ਕਿ ਵੱਡਾ ਭਰਾ ਕਾਮਿਆਂ ਨੂੰ ਖੇਤਾਂ ਵਿੱਚ ਕੰਮ ਕਰਨ ਲਈ ਜਾਣ ਲਈ ਕਹਿੰਦਾ ਹੈ, ਪਰ ਆਪ ਘਰ ਵਿੱਚ ਵਿਹਲਾ ਬੈਠਾ ਰਹਿੰਦਾ ਹੈ। ਇਸ ਦੇ ਉਲਟ ਉਹ ਯਾਨੀ ਕਿ ਛੋਟਾ ਭਰਾ ਕਾਮਿਆਂ ਨੂੰ ਕਹਿੰਦਾ ਹੈ ਕਿ ਚੱਲੋ ਕੰਮ ਤੇ ਉੱਤੇ ਚੱਲੀਏ। ਇਸ ਤਰ੍ਹਾਂ ਉਹ ਖੇਤਾਂ ਵਿੱਚ ਆਪ ਉਹਨਾਂ ਤੋਂ
ਕੰਮ ਲੈਂਦਾ ਹੈ। ठीक है बच्चों, इन्हां लाइनां नूं समझ लिया है। ਉਹ ਕਾਮਿਆਂ ਨੂੰ ਆਖਦਾ, ਜਾਣੀ ਵੱਡਾ ਭਾਈ ਕਾਮਿਆਂ ਨੂੰ ਆਖਦਾ ਸੀ ਕਿ ਕੰਮ ਤੇ ਜਾਓ, ਪਰ ਛੋਟਾ ਜਿਹੜਾ ਭਰਾ ਸੀ ਉਹ ਕਹਿੰਦਾ ਸੀ ਕਿ ਆਓ ਮੇਰੇ ਨਾਲ ਕੰਮ ਤੇ ਆਓ, ਖੇਤਾਂ ਵਿੱਚ ਮੇਰੇ ਨਾਲ ਕੰਮ ਤੇ ਆਓ। ਤਾਂ ਇੱਥੇ ਆਪਣਾ ਇਹ ਅਭਿਆਸ ਖਤਮ ਹੁੰਦਾ ਹੈ ਤੇ ਇਸ ਸਾਰੇ ਅਭਿਆਸ ਨੂੰ ਤੁਸੀਂ ਕਾਪੀਆਂ ਤੇ ਕਰਨਾ ਹੈ।